ਬਠਿੰਡਾ ਮਿਲਟਰੀ ਸਟੇਸ਼ਨ ਦੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਵੱਡਾ ਖੁਲਾਸਾ। ਸਿਵਲ ਕੱਪੜਿਆਂ ਦੇ ਵਿੱਚ ਸਨ ਦੋ ਹਮਲਾਵਰ, ਬੈਰਕ ਦੇ ਵਿੱਚ ਸੁੱਤੇ ਪਏ ਜਵਾਨਾਂ ਤੇ ਕੀਤੀ ਫਾਇਰਿੰਗ, 4 ਦੀ ਮੌਤ। ਇੰਸਾਸ ਰਾਈਫਲ ਦੇ 19 ਖੋਲ ਬਰਾਮਦ। ਬਠਿੰਡਾ ਮਿਲਟਰੀ ਸਟੇਸ਼ਨ ਦੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਨਵਾਂ ਮੋੜ। ਪੁਲਿਸ ਨੇ ਟੈਰਰ ਐਂਗਲ ਤੋਂ ਨਹੀਂ ਕੀਤਾ ਇਨਕਾਰ, ਕਿਹਾ ਹਮਲਾਵਰ ਅੰਦਰਲੇ ਲੋਕ ਸਨ ਜਾਂ ਬਾਹਰੋਂ ਆਏ, ਇਹ ਵੀ ਜਾਂਚ ਦਾ ਵਿਸ਼ਾ। ਬਠਿੰਡਾ ਫਾਇਰਿੰਗ ਦੇ ਵਿੱਚ ਮਰਨ ਵਾਲੇ ਜਵਾਨਾਂ ਦੀ ਹੋਈ ਪਛਾਣ। 3 ਗਨਰ ਅਤੇ 1 ਡਰਾਈਵਰ ਦੀ ਗਈ ਜਾਨ। ਤਾਮਿਲਨਾਡੂ ਅਤੇ ਕਰਨਾਟਕ ਦੇ ਰਹਿਣ ਵਾਲੇ ਸਨ ਜਵਾਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰੀ ਘਟਨਾ ਦੇ ਲਈ ਮੰਗੀ ਡਿਟੇਲ। ਆਰਮੀ ਚੀਫ ਜਨਰਲ ਮਨੋਜ ਪਾਂਡੇ ਨੇ ਦਿੱਤੀ ਬਰੀਫਿੰਗ। ਰਾਜਨਾਥ ਸਿੰਘ ਬੋਲੇ ਪੂਰੇ ਮਾਮਲੇ ਦੀ ਚੱਲ ਰਹੀ ਹੈ ਜਾਂਚ। ਅੰਮ੍ਰਿਤਪਾਲ ਦੀ ਹੈਬੀਅਸ ਕਾਰਪਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ। ਵਕੀਲ ਦੇ ਵੱਲੋਂ ਕੇਂਦਰ ਨੂੰ ਪਾਰਟੀ ਬਣਾਉਣ ਦੀ ਦਿੱਤੀ ਅਰਜ਼ੀ ਦੇ ਉੱਤੇ ਹਾਈ ਕੋਰਟ ਨੇ ਪਾਈ ਝਾੜ, ਕਿਹਾ ਅੰਮ੍ਰਿਤਪਾਲ ਕਿੱਥੇ ਹੈ ਦੱਸਣ ਦੀ ਥਾਂ ਕੇਂਦਰ ਨੂੰ ਬਣਾ ਰਹੇ ਹੋ ਪਾਰਟੀ। ਹੁਣ 24 ਅਪ੍ਰੈਲ ਨੂੰ ਅਗਲੀ ਸੁਣਵਾਈ। ਬਟਾਲਾ ਰੇਲਵੇ ਸਟੇਸ਼ਨ ਦੇ ਉੱਤੇ ਪੁਲਿਸ ਨੇ ਲਗਾਏ ਅੰਮ੍ਰਿਤਪਾਲ ਦੇ ਪੋਸਟਰ। ਕਈ ਪੁਲਿਸ ਕੇਸਿਸ ਦੇ ਵਿੱਚ ਦੱਸਿਆ ਵਾਂਟਡ। ਇਤਲਾਹ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ। ਸੀਐਮ ਭਗਵੰਤ ਮਾਨ ਨੇ ਕਿਸਾਨਾਂ ਦੇ ਲਈ ਰਾਹਤ ਦਾ ਕੀਤਾ ਐਲਾਨ। ਕਣਕ ਖਰੀਦ ਦੇ ਵਿੱਚ ਵੈਲਿਊ ਕੱਟ ਦਾ ਭੁਗਤਾਨ ਕਰੇਗੀ ਪੰਜਾਬ ਸਰਕਾਰ। ਸੀਐਮ ਬੋਲੇ ਕਿਸਾਨਾਂ ਨੂੰ ਨਹੀਂ ਹੋਣ ਦੇਵਾਂਗੇ ਕੋਈ ਦਿੱਕਤ। ਸੀਐਮ ਭਗਵੰਤ ਮਾਨ ਨੇ ਬੰਦ ਕਰਵਾਇਆ ਸਮਾਣਾ ਟੋਲ ਪਲਾਜ਼ਾ, ਕਿਹਾ ਪਿਛਲੀਆਂ ਸਰਕਾਰਾਂ ਨੇ ਨਹੀਂ ਵਿਖਾਈ ਨੀਅਤ। ਐਗਰੀਮੈਂਟ ਖਤਮ ਹੁੰਦਿਆਂ ਹੀ ਹੋਰ ਵੀ ਟੋਲ ਹੋਣਗੇ ਬੰਦ। ਸੀਐਮ ਭਗਵੰਤ ਮਾਨ ਦਾ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੇ ਵੱਡਾ ਸ਼ਬਦੀ ਹਮਲਾ, ਕਿਹਾ ਦੇਸ਼ ਦੇ 2 ਪ੍ਰਧਾਨ ਮੰਤਰੀਆਂ ਨੇ ਆਪਣੇ ਲਈ ਹੀ ਮੰਗ ਲਿਆ ਸੀ ਭਾਰਤ ਰਤਨ। ਦੇਸ਼ ਕਿਸੇ ਦੇ ਪਰਿਵਾਰ ਦੀ ਜਾਗੀਰ ਨਹੀਂ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਤੇਜ਼ ਕੀਤਾ ਮੁਲਾਕਾਤਾਂ ਦਾ ਦੌਰ। ਭੱਠਲ ਦੁੱਲੋਂ ਮਹਿੰਦਰ ਕੇਪੀ ਦੇ ਨਾਲ ਲਾਲ ਸਿੰਘ ਨਾਲ ਵੀ ਕੀਤੀ ਮੁਲਾਕਾਤ। ਕੋਟਕਪੁਰਾ ਗੋਲੀकांड ਮਾਮਲੇ 'ਚ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਹੋਏ ਸੁਖਬੀਰ ਬਾਦਲ। ਹੁਣ 25 ਅਪ੍ਰੈਲ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ। ਗੋਲੀकांड ਦੀ ਚਾਰਜਸ਼ੀਟ ਦੇ ਵਿੱਚ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ। ਜਲੰਧਰ ਦੇ ਪਿੰਡ ਚੇਖੇ 'ਚ ਦੁਕਾਨ ਦੇ ਵਿੱਚ ਵੜਿਆ ਹਥਿਆਰਬੰਦ ਲੁਟੇਰਾ। ਦੁਕਾਨਦਾਰ ਵੀ ਤਲਵਾਰ ਕੱਢ ਕੇ ਸਾਹਮਣੇ ਡਟਿਆ। ਬਿਨਾਂ ਲੁੱਟੇ ਹੀ ਦੁਕਾਨ ਤੋਂ ਬਦਮਾਸ਼ ਨੂੰ ਪਿਆ ਭੱਜਣਾ। ਗੁਰੂਗ੍ਰਾਮ ਦੇ ਸਕੂਲ ਦੀ ਪਾਰਕਿੰਗ ਦੇ ਵਿੱਚ ਖੜੀਆਂ ਬੱਸਾਂ ਨੂੰ ਅਚਾਨਕ ਲੱਗੀ ਅੱਗ। ਫਾਇਰ ਬ੍ਰਿਗੇਡ ਨੇ ਮੁਸ਼ਕਲ ਦੇ ਨਾਲ ਪਾਇਆ ਅੱਗ ਦੇ ਉੱਤੇ ਕਾਬੂ। ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਔਰ ਬਠਿੰਡਾ ਤੋਂ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਬਠਿੰਡਾ ਸਟੇਸ਼ਨ ਦੇ ਵਿੱਚ ਫਾਇਰਿੰਗ ਹੋਈ ਤੇ ਇਸ ਪੂਰੇ ਮਾਮਲੇ 'ਚ ਹੁਣ ਇੱਕ ਵੱਡਾ ਖੁਲਾਸਾ ਹੋਇਆ। ਇਸ ਖੁਲਾਸੇ ਦੇ ਨਾਲ ਹੀ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਬਠਿੰਡਾ ਪੁਲਿਸ ਦਾ ਵੱਡਾ ਖੁਲਾਸਾ ਹੈ ਤੇ ਖੁਲਾਸਾ ਇਹ ਕਿ ਇੰਸਾਸ ਰਾਈਫਲ ਦੇ 19 ਖੋਲ ਬਰਾਮਦ ਕੀਤੇ ਗਏ ਨੇ। ਖੁਲਾਸਾ ਇਹ ਕਿ ਸੁੱਤੇ ਹੋਏ ਸੀ ਜਵਾਨ ਜਿਨ੍ਹਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ। ਖੁਲਾਸਾ ਇਹ ਹੈ ਕਿ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਹ ਸਿਵਲ ਕੱਪੜਿਆਂ ਦੇ ਵਿੱਚ ਸੀ, ਯਾਨੀ ਕੋਈ ਫੌਜ ਦੇ ਜਵਾਨਾਂ ਵਾਲੀ ਵਰਦੀ ਦੇ ਵਿੱਚ ਨਹੀਂ ਸੀ। ਫਾਇਰਿੰਗ ਕਰਨ ਵਾਲੇ ਸਿਵਲ ਕੱਪੜਿਆਂ ਦੇ ਵਿੱਚ ਸੀ। 2 ਹਮਲਾਵਰਾਂ ਨੇ ਹਮਲਾ ਕੀਤਾ। ਇਸ ਸਮੇਂ ਦੀ ਵੱਡੀ ਖਬਰ ਹੈ ਤਾਂ 19 ਖੋਲ ਬਰਾਮਦ ਕੀਤੇ ਗਏ ਨੇ। ਸੁੱਤੇ ਪਏ ਜਵਾਨਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ। ਬਠਿੰਡਾ ਦੇ ਵਿੱਚ ਸਵੇਰੇ 4:35 ਦੇ ਉੱਤੇ ਪੂਰਾ ਘਟਨਾਕ੍ਰਮ ਵਾਪਰਿਆ। ਉਸ ਤੋਂ ਬਾਅਦ ਤੋਂ ਲਗਾਤਾਰ ਇਹ ਸਵਾਲ ਉੱਠ ਰਹੇ ਨੇ ਕਿ ਆਖਿਰ ਇਹ ਜਵਾਨਾਂ ਦੇ ਵਿਚਾਲੇ ਕੋਈ ਹੋਈ ਝੜਪ ਦਾ ਨਤੀਜਾ ਹੈ, ਕਿਉਂਕਿ ਇੱਕ ਦਿਨ ਪਹਿਲਾਂ ਜਿਹੜੀ ਇੱਕ ਰਾਈਫਲ ਹੈ ਉਹ ਗੁੰਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਤੜਕੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਉਂਦੀ ਹੈ। ਪਹਿਲੀ ਨਜ਼ਰ ਤੋਂ ਇਸ ਤਰੀਕੇ ਨਾਲ ਲੱਗ ਰਿਹਾ ਸੀ ਕਿ ਸ਼ਾਇਦ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ ਹੈ ਜਾਂ ਕੋਈ ਝੜਪ ਹੋਈ। ਉਸ ਤੋਂ ਬਾਅਦ ਇਸ ਤਰੀਕੇ ਨਾਲ ਇੱਕ ਨੌਜਵਾਨ ਦੇ ਵੱਲੋਂ ਬਾਕੀ ਜਵਾਨਾਂ ਦੇ ਉੱਤੇ ਫਾਇਰ ਕਰ ਦਿੱਤੇ ਗਏ। ਪਰ ਹੁਣ ਥੋੜਾ ਜਿਹਾ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਆ ਰਿਹਾ। ਅਪਡੇਟ ਇਹ ਹੈ ਕਿ ਫਿਲਹਾਲ ਟੈਰਰ ਐਂਗਲ ਤੋਂ ਪੁਲਿਸ ਇਨਕਾਰ ਨਹੀਂ ਕਰ ਰਹੀ ਤਾਂ ਜਾਂਚ ਉਸ ਪੂਰੇ ਇਸ਼ੂ ਦੀ ਵੀ ਹੋ ਰਹੀ ਹੈ ਕਿ ਇਹ ਅੱਤਵਾਦੀ ਹਮਲਾ ਤਾਂ ਨਹੀਂ ਹੈ, ਕੋਈ ਟੈਰਰ ਮੋਡਿਊਲ ਤਾਂ ਇਸ ਦੇ ਪਿੱਛੇ ਨਹੀਂ ਹੈ। ਜਿਸ ਤਰੀਕੇ ਦੇ ਨਾਲ ਇਸ ਪੂਰੇ ਬੇਸ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਤਰੀਕੇ ਨਾਲ ਮਿਲਟਰੀ ਸਟੇਸ਼ਨ ਨੂੰ ਟਾਰਗੇਟ ਕੀਤਾ ਗਿਆ ਹੈ, ਕਾਬਲੇ ਗੌਰ ਹੈ ਕਿ ਸਵੇਰੇ 4:35 ਦੇ ਉੱਤੇ ਇਹ ਪੂਰੀ ਘਟਨਾਕ੍ਰਮ ਉੱਥੇ ਵਾਪਰਦਾ ਹੈ ਜਦੋਂ 4 ਜਵਾਨਾਂ ਦੀ ਮੌਤ ਹੋ ਜਾਂਦੀ ਹੈ। ਮਿਲਟਰੀ ਸਟੇਸ਼ਨ ਦੇ ਉੱਤੇ ਫਾਇਰਿੰਗ ਹੋਈ। ਜੋ ਹੁਣ ਤੱਕ ਦੀ ਜਾਣਕਾਰੀ ਹੈ ਉਸ ਦੇ ਵਿੱਚ 2 ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਔਰ 4 ਇਸ ਦੇ ਵਿੱਚ ਜਵਾਨਾਂ ਦੀ ਮੌਤ ਹੋ ਗਈ। ਕਰਨਾਟਕ ਤੇ ਤਾਮਿਲਨਾਡੂ ਦੇ ਨਾਲ ਸੰਬੰਧ ਰੱਖਦੇ ਨੇ। ਪੰਜਾਬ ਦੇ ਵਿੱਚ ਇਸ ਸਮੇਂ ਬਠਿੰਡਾ ਦੇ ਵਿੱਚ ਸੀ
ਔਰ ਕਾਬਿਲੇ ਗੌਰ ਇਹ ਵੀ ਹੈ ਕਿ ਜਦੋਂ ਐਸਪੀਡੀ ਬਾਹਰ ਆਏ ਨੇ ਅੰਦਰ ਜਾਇਜ਼ਾ ਲੈਣ ਤੋਂ ਬਾਅਦ ਤਾਂ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਇੱਕ ਬਹੁਤ ਕਲੀਅਰ ਐਂਗਲ ਹੈ ਟੈਰਰ ਐਂਗਲ ਕਿ ਅੱਤਵਾਦੀ ਹਮਲੇ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾਵੇ। ਹਾਲਾਂਕਿ ਇਸ ਨੂੰ ਲੈ ਕੇ ਕੋਈ ਤਸਦੀਕ ਨਹੀਂ ਕੀਤੀ ਗਈ ਕਿ ਅੱਤਵਾਦੀ ਹਮਲਾ ਸੀ ਜਾਂ ਨਹੀਂ ਸੀ, ਪਰ ਇਹ ਇਨਕਾਰ ਕਰ ਦਿੱਤਾ ਗਿਆ ਹੈ ਕਿ ਬਿਲਕੁਲ ਤੁਸੀਂ ਨਕਾਰ ਨਹੀਂ ਸਕਦੇ, ਯਾਨੀ ਕਿ ਟੈਰਰ ਐਂਗਲ ਤੋਂ ਇਨਕਾਰ ਨਹੀਂ ਕੀਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਟੈਰਰ ਐਂਗਲ ਵੀ ਹੋ ਸਕਦਾ ਹੈ। ਤਾਂ ਕਿ ਪਠਾਨਕੋਟ ਦੀ ਤਰ੍ਹਾਂ ਬਠਿੰਡਾ ਦੇ ਵਿੱਚ ਪਠਾਨਕੋਟ ਬੇਸ ਕੈਂਪ ਤੁਹਾਨੂੰ ਯਾਦ ਹੈ 에ਅਰਫੋਰਸ ਦਾ, ਜਿਸ ਨੂੰ ਟਾਰਗੇਟ ਕੀਤਾ ਗਿਆ ਸੀ, ਦਹਿਸ਼ਤਗਰਦਾਂ ਦੇ ਵੱਲੋਂ ਅੰਦਰ ਵੜ ਗਏ ਸੀ ਕੁਝ ਦਹਿਸ਼ਤਗਰਦ, ਉੱਥੇ ਫਾਇਰਿੰਗ ਕੀਤੀ ਗਈ ਸੀ। ਉਸ ਤੋਂ ਪਹਿਲਾਂ ਉਰੀ ਦੇ ਵਿੱਚ ਵੀ ਇੱਕ ਵਾਰੀ ਹਮਲਾ ਹੋਇਆ। ਉਰੀ ਤੇ ਪਠਾਨਕੋਟ ਇਹ ਦੋ ਅਜਿਹੇ ਵੱਡੇ ਹਮਲੇ ਨੇ ਜਿਸ ਦੇ ਵਿੱਚ ਆਰਮੀ ਕੈਂਪ ਜਿਹੜੇ ਹੁੰਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਤਾਂ ਕਿ ਉਸ ਤਰੀਕੇ ਦਾ ਕੋਈ ਘਟਨਾਕ੍ਰਮ ਵਾਪਰਿਆ ਹੁਣ ਤੱਕ ਇਸ ਪੂਰੇ ਮਾਮਲੇ 'ਚ ਅਜਿਹਾ ਕੋਈ ਲਿੰਕ ਨਜ਼ਰ ਨਹੀਂ ਆ ਰਿਹਾ। ਪਰ ਦੂਜੇ ਪਾਸੇ ਜਾਂਚ ਜਾਰੀ ਹੈ। ਜਿਹੜੇ ਪੁਲਿਸ ਦੇ ਅਧਿਕਾਰੀ ਅੰਦਰ ਜਾਂਚ ਕਰਕੇ ਆਏ ਤੇ ਉਹਨਾਂ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਕੋਈ ਵੀ ਐਂਗਲ ਅਸੀਂ ਫਿਲਹਾਲ ਡਿਨਾਈ ਨਹੀਂ ਕਰ ਰਹੇ, ਟੈਰਰ ਐਂਗਲ ਤੋਂ ਵੀ ਜਾਂਚ ਲਾਜ਼ਮੀ ਤੌਰ ਤੇ ਹੋਵੇ। ਤਾਂ ਐਸਪੀਡੀ ਜੋ ਅੰਦਰ ਗਏ ਸੀ, ਜੋ ਮਿਲਟਰੀ ਸਟੇਸ਼ਨ ਦੇ ਵਿੱਚ ਅੰਦਰ ਗਏ ਤੇ ਜਾਇਜ਼ਾ ਲੈਣ ਤੋਂ ਬਾਅਦ ਬਾਹਰ ਆਏ, ਮੀਡੀਆ ਦੇ ਨਾਲ ਗੱਲਬਾਤ ਕੀਤੀ। ਐਸਪੀਡੀ ਅਜੇ ਗਾਂਧੀ ਦੇ ਵੱਲੋਂ ਇਹ ਪੂਰੀ ਬਰੀਫਿੰਗ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਟੈਰਰ ਐਂਗਲ ਤੋਂ ਇਨਕਾਰ ਫਿਲਹਾਲ ਨਹੀਂ ਕੀਤਾ ਹੈ। ਇਹ ਵੀ ਨਹੀਂ ਕਿਹਾ ਕਿ ਟੈਰਰ ਐਂਗਲ ਹੀ ਸੀ, ਅੱਤਵਾਦੀ ਹਮਲਾ ਹੀ ਹੈ, ਪਰ ਉਹਨਾਂ ਨੇ ਇਨਕਾਰ ਨਹੀਂ ਕੀਤਾ ਕਿ ਜਾਂਚ ਜਾਰੀ ਹੈ ਤੇ ਜਾਂਚ ਤੋਂ ਬਾਅਦ ਹੀ ਪਿਕਚਰ ਕਲੀਅਰ ਹੋਏਗੀ ਕਿ ਆਖਿਰ ਉੱਥੇ ਹੋਇਆ ਕੀ ਹੈ। ਸੁਣਵਾਉਂਦੇ ਤੁਹਾਨੂੰ ਐਸਪੀਡੀ ਕੀ ਕੁਝ ਬਿਆਨ ਦੇ ਰਹੇ ਨੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ। 4:30 ਦੇ ਰਾਉਂਡ ਸਰ ਟੈਰਰ ਐਂਗਲ ਤਾਂ ਨਹੀਂ ਹੈ, ਟੈਰਰ ਐਂਗਲ ਉਹ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸ ਚੁੱਕਿਆ, ਆਰਮੀ ਜਿਹੜੀ ਮਿਲਟਰੀ ਪੁਲਿਸ ਹੈ ਉਹ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਜੁਆਇੰਟਲੀ ਪੰਜਾਬ ਪੁਲਿਸ ਵੀ ਕਰ ਰਹੀ ਹੈ, ਜਿਹੜੀ ਸਾਡੀ ਲੋਕਲ ਪੁਲਿਸ ਹੈ ਉਹ ਅਸੀਂ ਸਾਰੇ ਚੈੱਕ ਕਰ ਰਹੇ ਹਾਂ। ਸੀਸੀਟੀਵੀ ਕੈਮਰੇ ਲੱਗੇ ਹੋਏ ਨੇ, ਉਹ ਮਿਲਟਰੀ ਪੁਲਿਸ ਤੇ ਅਸੀਂ ਜੁਆਇੰਟਲੀ ਉਹਨੂੰ ਚੈੱਕ ਕਰ ਰਹੇ ਹਾਂ। कितने गोलियां लगी हैं? इन्फिल्ट्रेशन का कोई है, कोई एनी फायरिंग राउंड वो मैटर ऑफ इन्वेस्टिगेशन वो ਅਸੀਂ ਦੱਸ ਦੇਵਾਂਗੇ ਬਾਅਦ ਚ। सर फायरिंग कितनी फायरिंग हुई है, कितने फायरिंग? 19 एम्प्टी शेल्स मिले ने। फिलहाल कोई अरेस्ट या कोई डिटेन किया गया? वेपन रिकवर नहीं हजे तक नहीं, कोई अरेस्ट या डिटेन किया गया जी? ਨਹੀਂ ਸਾਡੇ ਵੱਲੋਂ ਹਜੇ ਕਿਸੇ ਨੂੰ ਡਿਟੇਨ ਨਹੀਂ ਕੀਤਾ ਗਿਆ। ठीक है। ਜਿਨ੍ਹਾਂ ਨੇ ਮੌਕੇ ਤੇ ਵੇਖਿਆ ਹੈ, ਜਿਹੜੇ ਜਵਾਨ ਨੇ ਮੌਕੇ ਤੇ ਵੇਖਿਆ ਸੀ, ਉਹ ਕਹਿੰਦੇ ਨੇ ਕਿ ਦੋ ਜਣੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ। कि उन्होंने आर्मी और आर्मी ਡਰੈਸ ਨਹੀਂ ਸਿਵਿਲੀਅਨ ਕੱਪੜੇ ਸੀਗੇ ਉਹਨਾਂ ਦੇ ਦੱਸਣ ਮੁਤਾਬਿਕ। सर टैरर एंगल तो नहीं है, टैरर एंगल ਉਹ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸ ਚੁੱਕਿਆ, ਆਰਮੀ ਜਿਹੜੀ ਮਿਲਟਰੀ ਪੁਲਿਸ ਹੈ ਉਹ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਜੁਆਇੰਟਲੀ ਪੰਜਾਬ ਪੁਲਿਸ ਵੀ ਕਰ ਰਹੀ ਹੈ, ਜਿਹੜੀ ਸਾਡੀ ਲੋਕਲ ਪੁਲਿਸ ਹੈ। ਇਹਦੇ ਵਿੱਚ ਇਨਸਾਸ ਰਾਈਫਲ ਦੇ ਜਿਹੜੇ ਐਮਟੀ ਸ਼ੈਲਸ ਨੇ ਉਹ ਮਿਲੇ, कितने 19 ਸ਼ੈਲਸ ਮਿਲੇ। सर 2 दिन पहले एक घटना हुई थी जिसमें वेपन चोरी होने का मामला था, क्या इसकी कड़ी उससे जोड़ी जा सकती ਉਹ ਅਸੀਂ ਇਨਵੈਸटिगेशन ਕਰ ਰਹੇ ਹਾਂ जी? क्या ਮਾਮਲਾ ਜਿਹੜਾ ਲਿੰਕ ਹੈ ਯਾਨੀ ਉਹ ਸਾਰਾ ਅਸੀਂ ਵੈਰੀਫਾਈ। ਇਸ ਵੇਲੇ ਐਸਪੀਡੀ ਸਾਡੇ ਨਾਲ ਨੇ ਅਜੇ ਗਾਂਧੀ। ਅਜੇ ਜੀ ਤੁਸੀਂ ਅੰਦਰ ਜਾ ਕੇ ਆਏ ਹੋ, ਕੀ ਸਿਚੁਏਸ਼ਨ ਅੰਦਰ ਹੈਗੀ ਹੈ, ਕੀ ਜਾਂਚ ਹੋਈ ਹੁਣ? ਹਜੇ ਆਰਮੀ ਕੋਆਰਡੀਨੇਟ ਸਰਚ ਕਰਦੀ ਪਈ ਹੈ, ਪੂਰਾ ਏਰੀਆ ਸੈਨੀਟਾਈਜ਼ ਕਰਨ ਰਹੀ ਹੈ ਤੇ ਅਸੀਂ ਵੀ ਮਿਲਟਰੀ ਪੁਲਿਸ ਦੇ ਨਾਲ ਜੁਆਇੰਟਲੀ ਇਨਵੈਸਟੀਗੇਟ ਕਰ ਰਹੇ ਹਾਂ ਤੇ ਜੇ ਕੁਝ ਪਤਾ ਲੱਗਦਾ ਹੈ ਅਸੀਂ ਤੁਹਾਨੂੰ ਦੱਸ ਦੇਵਾਂਗੇ। ਸਰ ਕਿਹੜਾ ਏਰੀਆ ਸੀਗਾ ਜਿੱਥੇ ਉਹ ਹਮਲਾ ਹੋਇਆ ਤੇ 4 ਜਣੇ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਦੀ ਮੌਤ ਹੋਈ ਹੈ? ਹਾਂਜੀ 4 ਜਣਿਆਂ ਦੀ ਪਹਿਚਾਣ ਹੋ ਗਈ। ਜਿਵੇਂ ਲਿਸਟ ਅਸੀਂ ਆਲਰੇਡੀ ਸ਼ੇਅਰ ਕਰਤੀ ਹੈ, ਆਰਮੀ ਦੇ ਵੱਲੋਂ ਵੀ ਲਿਸਟ ਜਿਹੜੀ ਹੈ ਉਹ ਸ਼ੇਅਰ ਕੀਤੀ ਜਾ ਚੁੱਕੀ ਹੈ। ਸਰ ਕੀ ਸੋ ਰਹੇ ਸੀਗੇ? ਤੁਸੀਂ ਦੱਸਿਆ ਕਿ ਉਹ ਸੋ ਰਹੇ? ਹਾਂਜੀ ਉਹ ਆਪਣੇ ਬੈਰਕ ਦੇ ਵਿੱਚ ਸੀਗੇ, ਉਹ ਸੋ ਰਹੇ ਸੀ। ਜਿਨ੍ਹਾਂ ਨੇ ਹਮਲਾ ਕੀਤਾ ਸਰ ਕਿੰਨੇ ਜਣੇ ਸੀਗੇ, ਕਿਹੜਾ ਵੈਪਨ ਯੂਜ਼ ਹੋਇਆ, ਰਿਕਵਰੀ ਹੋਈ ਕੁਝ? ਮੌਕੇ ਤੇ ਮੌਜੂਦ ਜਿਹੜੇ ਡਿਊਟੀ ਤੇ ਜਵਾਨ ਨੇ ਉਹਨਾਂ ਦੇ ਮੁਤਾਬਿਕ 2 ਜਣੇ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ। ਜਿਨ੍ਹਾਂ ਨੇ ਹਮਲਾ ਕੀਤਾ। ਸਰ ਵੈਪਨਸ ਵੈਪਨ ਬਾਰੇ ਹਜੇ ਕਲੀਅਰ ਨਹੀਂ ਹੋਇਆ, ਉਹ ਇਨਵੈਸਟੀਗੇਸ਼ਨ ਚੱਲਦੀ ਪਈ ਕਿਹੜਾ ਹੈ। ਯੂਜ਼ ਹੋਇਆ ਵੈਪਨ? ਐਮਟੀ ਸ਼ੈਲ ਜਿਹੜੇ ਰਿਕਵਰ ਹੋਏ ਨੇ ਉਹ ਇਨਸਾਸ ਰਾਈਫਲ ਦੇ ਰਿਕਵਰ ਹੋਏ ਨੇ। 19 ਐਮਟੀ ਸ਼ੈਲਸ। ਸਰ ਅੱਗੇ ਕੀ ਇਨਵੈਸਟੀਗੇਸ਼ਨ, ਸੀਸੀਟੀਵੀ ਜਾਂ ਕੁਝ ਹੋਰ ਵੀ ਚੀਜ਼ਾਂ ਦਿਖੀਆਂ? ਹਾਂਜੀ ਉਹ ਅਸੀਂ ਸਾਰਾ ਕੁਝ ਵੈਰੀਫਾਈ ਕਰਦੇ ਪਏ ਕਦੋਂ ਹਾਂ। ਤੱਕ ਸਰ ਕਲੈਰਿਟੀ ਹੋ ਸਕਦੀ ਹੈ ਕਿ ਕੌਣ? ਉਹ ਜਦੋਂ ਕਲੈਰਿਟੀ ਹੋਈ ਅਸੀਂ ਤੁਹਾਨੂੰ ਦੱਸ ਦੇਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜੇ ਮਿਲਟਰੀ ਦੇ ਨਾਲ ਜੁਆਇੰਟਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਜਦੋਂ ਵੀ ਸਾਨੂੰ ਕੋਈ ਕਲੂ ਮਿਲੂਗਾ ਜਾਂ ਫਿਰ ਇਹਦੇ ਵਿੱਚ ਕੋਈ ਬ੍ਰੇਕ ਥਰੂ ਹੋਏਗਾ ਅਸੀਂ ਤੁਹਾਨੂੰ ਦੱਸ ਦੇਵਾਂਗੇ। ਫੈਕਟਰੀ ਸਾਈਡ ਦੱਸਿਆ ਜਾ ਰਿਹਾ ਹੈ, ਤੁਹਾਨੂੰ ਵੀ ਲੱਗਦਾ ਹੈ ਇਹ ਅੰਦਰ ਇਨਵੈਸਟੀਗੇਸ਼ਨ 'ਚ ਕੁਝ ਕਲੂ ਹੈ ਫੈਕਟਰੀ ਸਾਈਡ ਦਾ? ਉਹ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ, ਉਹਦੇ ਬਾਰੇ ਹਜੇ ਅਸੀਂ ਕੁਝ ਦੱਸ ਨਹੀਂ ਸਕਦੇ ਤੁਹਾਨੂੰ। ਠੀਕ ਹੈ। ਤਾਂ ਅਜੇ ਗਾਂਧੀ ਉਹਨੀ ਗੱਲਬਾਤ ਕਰ ਰਹੇ ਸੀ ਕਿ ਇਨਵੈਸਟੀਗੇਸ਼ਨ ਜਾਰੀ ਹੈ ਔਰ ਅੱਗੇ ਜੋ ਵੀ ਡਿਟੇਲ ਹੋਗੀ ਉਹ ਸਾਂਝੀ ਕੀਤੀ ਜਾਏਗੀ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਅਮਨ ਭਾਰਦਵਾਜ, ਨਿਊਜ਼ 18 ਬਠਿੰਡਾ। ਤਾਂ ਜਾਂਚ ਜਾਰੀ ਹੈ। ਇਸ ਸਮੇਂ ਇਹ ਕਿਹਾ ਜਾ ਰਿਹਾ ਬਠਿੰਡਾ ਪੁਲਿਸ ਦੇ ਵੱਲੋਂ ਵੀ ਅਜੇ ਗਾਂਧੀ ਨੂੰ ਤੁਸੀਂ ਸੁਣ ਰਹੇ ਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਨਿਊਜ਼ 18 ਦੇ ਨਾਲ ਤੇ ਉਹਨਾਂ ਨੇ ਇਹ ਸਾਫ਼ ਕੀਤਾ ਕਿ ਅੰਦਰ ਸਥਿਤੀ ਕੰਟਰੋਲ ਦੇ ਵਿੱਚ ਹੈ ਪਰ ਫਿਲਹਾਲ ਸਰਚ ਆਪਰੇਸ਼ਨ ਇੱਕ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਸਭ ਤੋਂ ਅਹਿਮ ਪੁਆਇੰਟ ਹੈ ਕਿ ਕਰੀਬ 12-13 ਘੰਟੇ ਹੋ ਚੁੱਕੇ ਨੇ ਪੂਰਾ ਘਟਨਾਕ੍ਰਮ ਵਾਪਰੇ ਨੂੰ, ਪਰ ਹੁਣ ਤੱਕ ਜਿਨ੍ਹਾਂ ਨੇ ਹਮਲਾ ਕੀਤਾ ਉਹ ਤਾਂ ਕਾਬੂ ਨਹੀਂ ਕੀਤੇ ਗਏ। 2 ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਸਿਵਲ ਕੱਪੜਿਆਂ ਦੇ ਵਿੱਚ ਸੀ, ਕੋਈ ਫੌਜ ਦੀ ਵਰਦੀ ਦੇ ਵਿੱਚ ਨਹੀਂ ਸੀ। ਇਸ ਕਰਕੇ ਟੈਰਰ ਐਂਗਲ ਤੋਂ ਵੀ ਫਿਲਹਾਲ ਤਾਂ ਇਨਕਾਰ ਨਹੀਂ ਕੀਤਾ ਗਿਆ। ਜਾਂਚ ਦਾ ਵਿਸ਼ਾ ਜ਼ਰੂਰ ਕਿਹਾ ਜਾ ਰਿਹਾ ਹੈ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਸਾਡੇ ਨਾਲ ਜੁੜਨਗੇ ਬਠਿੰਡਾ ਤੋਂ ਅਮਨ ਭਾਰਦਵਾਜ ਜੁੜ ਰਹੇ ਨੇ।
ਅਮਨ ਇਹ ਇੱਕ ਪੂਰੇ ਮਾਮਲੇ ਦੇ ਵਿੱਚ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਅਪਡੇਟ ਆ ਚੁੱਕਿਆ ਹੈ, ਕਿਉਂਕਿ ਪਹਿਲਾਂ ਸਵੇਰੇ ਐਸਐਸਪੀ ਏਡੀਜੀਪੀ ਦੇ ਵੱਲੋਂ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਸੀ ਕਿ ਨਹੀਂ, ਇਹ ਕੋਈ ਟੈਰਰ ਐਂਗਲ ਨਹੀਂ ਹੈ, ਕੋਈ ਅੱਤਵਾਦੀ ਹਮਲਾ ਨਹੀਂ ਹੈ। ਪਰ ਹੁਣ ਐਸਪੀਡੀ ਜਿਹੜੇ ਅੰਦਰ ਮਿਲਟਰੀ ਸਟੇਸ਼ਨ ਦੇ ਅੰਦਰ ਜਾ ਕੇ ਆਏ ਨੇ, ਬਾਹਰ ਆਏ ਨੇ, ਤਾਂ ਉਹ ਡਿਨਾਈ ਨਹੀਂ ਕਰ ਰਹੇ, ਉਹ ਇਹ ਨਹੀਂ ਕਹਿ ਰਹੇ ਕਿ ਟੈਰਰ ਐਂਗਲ ਬਿਲਕੁਲ ਨਹੀਂ ਹੈ। ਇਸ ਨੂੰ ਕੀ ਸਮਝਿਆ ਜਾਵੇ ਕਿ ਅਜੇ ਤੱਕ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹ ਅੰਦਰ ਮੌਜੂਦ ਨੇ ਔਰ ਬਾਹਰੋਂ ਵੀ ਗਏ ਹੋ ਸਕਦੇ ਨੇ, ਇਨਫਿਲਟ੍ਰੇਸ਼ਨ ਉਹਨਾਂ ਦੇ ਵੱਲੋਂ ਮਿਲਟਰੀ ਸਟੇਸ਼ਨ ਦੇ ਵਿੱਚ ਕੀਤੀ ਗਈ ਹੋ ਸਕਦੀ ਹੈ। ਕੀ ਕੁਝ ਤੁਹਾਡੇ ਕੋਲ ਇਨਫੋਰਮੇਸ਼ਨ ਇਸ ਸਮੇਂ ਜੋ ਪੁਲਿਸ ਜਾਂ ਹੋਰ ਸੋਰਸਿਸ ਜਾਣਕਾਰੀ ਦੇ ਰਹੇ ਨੇ? देखो गौरव उन्होंने डिनाई जे सब तो पहला असीं गल करिए डिनाई इस करके नहीं किया क्योंकि इस दे अंदर आर्मी और इंटरनल आर्मी का मसला इन्वॉल्व है। फ्रैक्टिसाइड इसनूं आपां जे कहीए तां इस तरीके के मामले पहलां भी देखे गए हैं और 400 तो वध मामले इस तरीके के ऑफिशियल कोर्ट भी होए ने डिपार्टमेंट वालों सेंट्रल लेवल ते तां उस नाल इसनूं जोड़ के जरूर देखा जा रहा है, लेकिन जो डिनाई नहीं किया उसकी वजह यह है कि इन्वेस्टिगेशन हले जारी है। तां इन्वेस्टिगेशन तो पहला जेकर इसनूं एक पक्ष दी कोई कंक्लूजन दे दिता जाए पुलिस वालों या एक धिर वालों चाहे वो आर्मी ही है तो उसनूं क्योंकि जो जॉइंट ऑपरेशन चलता है तो सांझे तौर पर जो तक ऑपरेशन खत्म नहीं होता चीज़ां कनकलूड नहीं कीतियां जा सकदियां। इस करके CCTV खंगाले जा रहे हैं, नाल ही जिहड़े जिथे असला रखा जाता है उत्थे जिहड़ी डिटेल मौजूद हुंदी है उसनूं खंगालिया जा रहा है। जिहड़े इन दोनों थावां ते चाहे CCTV या वो एरिया जिथे अंदर मिलिट्री स्टेशन के अंदर जाके जिथे एक घटना पूरा इंसीडेंट होया है उत्थे जिन्हां दी ड्यूटी रहिंदी है जो मौजूद सी जिन्हां ने अपनी अखां तो देखा तो जदों तक उन्हां दे बयान दर्ज करके कार्रवाई नहीं की जाती, इन्वेस्टिगेशन नहीं की जाती तो उदों तक पुलिस कनकलूड नहीं चीज़ां करती। इस करके उस तो परहेज किया जा रहा है और इस दे अंदर एक टैरर एंगल या वो इस करके नहीं है क्योंकि बाहर तो कोई इस तरीके की एंट्री नहीं है, कोई इस तरीके का कोई क्ल्यू नहीं मिले जिस तो कहा जाए कि असला कोई होर सी या हमलावर ज़्यादा सी या उन्होंने टारगेट अजिही चीज़ नूं कीता उसके पीछे कोई मनसूबा नहीं, इंटेंशन नहीं क्लीयर होंदी कि जो उसनूं टैरर लिंक जिहड़ा है करार दिता जाए। और जो ये इंसीडेंट होया है 4 जणियां दी मौत हुई है जो कर्नाटका ते तमिलनाडु नाल संबंधित ने, ये जानकारी मिली है आर्मी दे जे कहिए साउथ वेस्टर्न कमांड दे ऑफिशियल बयान की उड़ीक है कि उन्हां कोल की डिटेल हैगी और खास करके इंटेंशनस इस हमले के पिछे की सीगियां। तकरीबन ये भी ऑफ द रिकॉर्ड चीज़ां पता लगियां कि कुछ नूं डिटेन भी किया गया है और वो इस करके क्योंकि इन्वेस्टिगेशन जिहड़ी है वो की जा सके। CCTV अंदर लगे हुए सी उन्हां नूं खंगालिया जा रहा है और ये भी SPD अजय गांधी होलां वल्लों जानकारी दी गई कि 2 जने देखे गए ने जिन्हां वल्लों हमला किया गया। तो जिथे इंसीडेंट भी गौरव होया उत्थे 5 जने मौजूद सी जिसने एक ने अपने आप नूं एक कमरे के अंदर जिहड़ा है बंद किया होया सी, 4 जने जिहड़े बाहर मौजूद सीगे 2 रूम्स के अंदर उन्हां ते हमला होया और उन्हां दी जान गई। और ये चीज़ां जो इन्वेस्टिगेशन क्योंकि उत्थे हो रही है उस चों निकल के सामने आ रही हैं और नाल ही जिहड़े जिन्हां दी जान गई है जिन्हां दा पोस्टमार्टम बठिंडा सिविल जारी है तो उन्हां चों जे कहिए तो 24 तो 25 साल की उम्र के वो सारे जवान सीगे जिन्हां दी डिटेल भी असी नाम भी फ्लैश कर रहे हैं नाल दी नाल, जिन्हां च सागर, कमलेश, योगेश कुमार, संतोष एम नगराल। तो ये 4 जने सीगे 24 तो 25 साल उम्र है और इन्हां चों 3 ड्राइवर सी, एक गनर सी। तो ये जिहड़ी डिटेल है वो आई है और आर्मी पुलिस ते नाल बठिंडा कैंट दी पुलिस जिहड़ी है वो इन्वेस्टिगेशन सांझे तौर पर इस उत्ते कर रही है और ये डिनाई इसे करके नहीं किया गया क्योंकि हले तक कनकलूड नहीं किया जा सकता और जब तक जिस वालों हमला किया गया उन्होंने फड़ नहीं लिया जाता उस पर क्लैरिटी नहीं आ जाती कि क्यों उन्होंने हमला किया और क्या उस उन्होंने फड़न तो बाद कोई एक्सटर्नल लिंक सी उन्हों दा या कोई होर कोई मिली भुगता नहीं सी। उन एंगल्स नूं जरूर जिहड़ा है वो खंगालण की कोशिश हैगी है, इसे करके डिनाई जिहड़ा है वो नहीं किया गया। और हुण तक कहिए तो अंदर इन्वेस्टिगेशन आर्मी ऑफिशियल्स वालों जारी है और जो जिन्हां वालों हमला किया गया जिहड़े है वो हले तक गिरफ्त तो बाहर ने क्योंकि हले तक इसते कोई ऑफिशियल स्टेटमेंट जिहड़ी है गौरव वो नहीं आई। और नाल ही जिहड़े 9 तरीक की रात नूं दस्सिया जा रहा है कि जिहड़ा इंसास राइफल है वो गायब होई सी।
28 ਜਿਹੜੇ ਕੈਟਰੇजेस ਸੀਗੇ ਉਹ ਗਾਇਬ ਹੋਏ ਸੀਗੇ 9 ਤਰੀਕ ਦੀ ਰਾਤ ਨੂੰ। ਔਰ ਕੱਲ ਰਾਤ ਬਠਿੰਡਾ ਕੈਂਟ ਦੇ ਕੋਲ ਇਸ ਬਾਬਤ ਕੰਪਲੇਂਟ ਆਂਦੀ ਹੈ ਜਿਸ ਤੇ ਕਾਰਵਾਈ ਅੱਗੇ ਦੀ ਕੀਤੀ ਜਾ ਰਹੀ ਹੈ। ਔਰ ਜਿਹੜਾ ਅੱਜ ਇੰਸੀਡੈਂਟ ਹੋਇਆ ਕੁਝ ਦੇਰ ਪਹਿਲਾਂ ਇੱਥੇ ਐਸਪੀ ਜਿਹੜੇ ਆਪਰੇਸ਼ਨ ਸੀਗੇ ਉਹ ਵੀ ਮੌਜੂਦ ਸੀ, ਤਾਂ ਉਹਨਾਂ ਵੱਲੋਂ ਅੱਜ ਦੇ ਇੰਸੀਡੈਂਟ ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। FIR ਦਰਜ ਅੱਜ ਦੇ ਮਾਮਲੇ ਤੇ ਕੀਤੀ ਜਾ ਰਹੀ ਹੈ। ਔਰ ਇੱਕ ਇਹ ਵੀ ਐਂਗਲ ਇਸ ਦੇ ਅੰਦਰ ਗੌਰਵ ਹੈ ਕਿ ਜਿਹੜੀ ਰਾਈਫਲ ਇੰਸਾਸ ਰਾਈਫਲ 9 ਤਰੀਕ ਨੂੰ ਗਾਇਬ ਹੁੰਦੀ ਹੈ, ਉਸ ਦੇ ਜਿਹੜੇ ਖੋਲ ਗਾਇਬ ਹੁੰਦੇ ਨੇ ਤਾਂ ਉਸ ਦੀ ਡਿਟੇਲ ਖੰਗਾਲੀ ਗਈ ਔਰ ਅੱਜ ਜਿਹੜੇ 19 ਖੋਲ ਖਾਲੀ ਮਿਲੇ ਨੇ ਤਾਂ ਉਹ ਸੇਮ ਮੈਚ ਕਰਦੇ ਨੇ। ਤਾਂ ਇੱਕ ਇੰਟੈਂਸ਼ਨ ਜ਼ਰੂਰ ਕਲੀਅਰ ਹੁੰਦੀ ਹੈ ਕਿ ਜੇ ਜਿਹੜੀ ਰਾਈਫਲ ਗਾਇਬ ਹੋਈ, ਚੋਰੀ ਹੋਈ ਜਾਂ ਲਾਪਤਾ ਕੀਤੀ ਗਈ ਤਾਂ ਉਸ ਦੇ ਨਾਲ ਹੀ ਹਮਲਾ ਅੱਜ ਦਾ ਕੀਤਾ ਗਿਆ, ਇਹ ਜ਼ਰੂਰ ਕਲੀਅਰ ਹੁੰਦਾ ਹੈ। ਔਰ ਉਸ ਦੇ ਪਿੱਛੇ ਇੰਟੈਂਸ਼ਨ ਨਹੀਂ ਸੀਗੀ ਕਿ ਉਹ ਰਾਈਫਲ ਚੱਕੀ ਹੀ ਸੀ ਕਰਕੇ ਗਈ ਤਾਂ ਕਿ ਹਮਲਾ ਕੀਤਾ ਜਾ ਸਕੇ। ਲੇਕਿਨ ਹਮਲਾ ਕਿਉਂ ਕੀਤਾ ਗਿਆ, ਕਿਨ ਕਾਰਨਾਂ ਤੇ ਕੀਤਾ ਗਿਆ, ਜੇ ਫਿਟਰੇਸੀ ਦਾ ਇਸ ਨੂੰ ਕਹੀਏ ਤਾਂ ਉਸ ਦੇ ਪਿੱਛੇ ਇੱਕ ਮੈਂਟਲ ਹੈਲਥ ਵੀ ਕੰਸੀਡਰ ਹੁੰਦੀ ਹੈ। ਦੇਖਿਆ ਗਿਆ ਇਸ ਤਰੀਕੇ ਦੇ ਕੇਸਿਸ ਨੇ ਜਿਨ੍ਹਾਂ ਨੂੰ ਅਸੀਂ ਕੋਟ ਕਰ ਸਕਦੇ ਹਾਂ ਕਿ ਉਹ ਮੈਂਟਲ ਹੈਲਥ ਹੋਰ ਇਸ ਤਰੀਕੇ ਦੇ ਗਤੀਵਿਧੀਆਂ ਹੁੰਦੀਆਂ ਹੈ ਜਿਸ ਦੇ ਕਰਕੇ ਇਸ ਤਰੀਕੇ ਦੇ ਇੰਸੀਡੈਂਟ ਜਿਹੜੇ ਨੇ ਉਹ ਹੁੰਦੇ ਨੇ। तमाम ਹੋਰ ਵੀ ਇਸ ਤਰੀਕੇ ਦੇ ਇੰਸੀਡੈਂਟ ਹੁੰਦੇ ਨੇ ਜਿਹੜੇ ਆਰਮੀ ਵੱਲੋਂ ਕੋਟ ਕੀਤੇ ਜਾਂਦੇ ਨੇ। ਤਾਂ ਉਸ ਸਾਰੀ ਚੀਜ਼ਾਂ ਤੇ ਇਹ ਇਨਵੈਸਟੀਗੇਸ਼ਨ ਜਿਹੜੀ ਗੌਰਵ ਹੈ ਉਹ ਹਾਲੇ ਵੀ ਜਾਰੀ ਹੈ। ਹਾਲਾਂਕਿ ਪੁਲਿਸ ਆਫੀਸ਼ੀਅਲਸ ਜਿਹੜੀ ਬਠਿੰਡਾ ਪੁਲਿਸ ਹੈ, ਪੰਜਾਬ ਪੁਲਿਸ, ਉਹ ਉੱਥੋਂ ਬਾਹਰ ਆ ਚੁੱਕੀ ਹੈ, ਲੇਕਿਨ ਅੰਦਰ ਉਸ ਏਰੀਏ ਨੂੰ ਕਹੀਏ ਸੀਲ ਕਰਕੇ ਆਰਮੀ ਅੰਦਰ ਮੌਜੂਦ ਹੈ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਹੈ। ਕਿਉਂਕਿ ਆਸੇ-ਪਾਸੇ ਦਾ ਏਰੀਆ ਹੈ ਜਿੱਥੇ ਅਟੈਕ ਹੋਇਆ ਉਹ ਬੈਰਿਗ ਸੀਗੀ, ਉੱਥੇ ਉਹ ਸੋ ਰਹੇ ਸੀਗੇ 4 ਦੇ 4 ਜਵਾਨ ਜਦੋਂ ਇਹ ਹਮਲਾ ਕੀਤਾ ਗਿਆ। ਔਰ ਨਾਲ ਹੀ ਇਹ ਜਿੱਥੇ ਅਸਲਾ ਰੱਖਿਆ ਜਾਂਦਾ ਉਸ ਤੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਉਹ ਲੋਕੇਸ਼ਨ ਹੈਗੀ ਹੈ। ਔਰ ਜੇ ਅਸੀਂ ਏਰੀਏ ਦੀ ਗੱਲ ਕਰੀਏ ਤਾਂ ਉਸ ਨੂੰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਜਦੋਂ ਤੱਕ ਆਰਮੀ ਨਹੀਂ ਡਿਸਕਲੋਜ਼ ਕਰਦੀ ਉਹ ਬਿਹਤਰ ਨਹੀਂ ਹੈ ਕਿ ਉਸ ਨੂੰ ਡਿਸਕਲੋਜ਼ ਕੀਤਾ ਜਾਏ ਕਿ ਕਿਹੜੀ ਥਾਂ ਤੇ ਸੀਗਾ, ਉਸ ਦੀ ਸੜਕ ਤੋਂ ਕਿੰਨੀ ਦੂਰੀ ਸੀ ਜਾਂ ਆਸੇ-ਪਾਸੇ ਕੌਣ ਸੀ। ਉਸ ਦਾ ਬਿਹਤਰ ਹੈ ਕਿ ਆਰਮੀ ਉਸ ਨੂੰ ਡਿਸਕਲੋਜ਼ ਕੀਤਾ ਜਾਏ ਆਰਮੀ ਵੱਲੋਂ, ਤਾਂ ਉਸ ਦਾ ਇੰਤਜ਼ਾਰ ਵੀ ਗੌਰਵ ਹੈਗਾ। ਲੇਕਿਨ ਇਨਵੈਸਟੀਗੇਸ਼ਨ ਦੇ ਅੰਦਰ ਇੰਨਾ ਜ਼ਰੂਰ ਹੈ ਕਿ ਕਾਫੀ ਇੰਡੀਕੇਸ਼ਨ ਹੈ ਪੁਲਿਸ ਦੇ ਕੋਲ ਵੀ, ਆਰਮੀ ਦੇ ਕੋਲ ਵੀ, ਔਰ ਜਲਦ ਜਿਸ ਦੇ ਵੱਲੋਂ ਹਮਲਾ ਕੀਤਾ ਗਿਆ ਜੋ ਦੋ ਜਣੇ ਦੱਸੇ ਜਾ ਰਹੇ ਨੇ, ਜੋ ਦੇਖੇ ਗਏ ਨੇ ਸਿਵਲ ਡਰੈਸ ਸੀਗੇ, ਉਹਨਾਂ ਨੂੰ ਜਲਦ ਜਿਹੜਾ ਹੈ ਫੜਿਆ ਜਾਏਗਾ। ਗੌਰਵ ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਲਈ। ਤਾਂ ਅਮਨ ਜਿਸ ਤਰੀਕੇ ਨਾਲ ਡਿਟੇਲ ਜਾਣਕਾਰੀ ਇਸ ਸਮੇਂ ਦੇ ਰਹੇ ਨੇ, ਇੱਕ ਚੀਜ਼ ਤਾਂ ਬਹੁਤ ਕਲੀਅਰ ਹੋ ਰਹੀ ਹੈ, ਸਮਝਣਾ ਹੋਵੇਗਾ ਕਿ ਬੇਸ਼ੱਕ ਡਿਨਾਈ ਨਹੀਂ ਕੀਤਾ ਗਿਆ, ਬੇਸ਼ੱਕ ਅਜੇ ਨਹੀਂ ਕਿਹਾ ਗਿਆ ਕਿ ਟੈਰਰ ਐਂਗਲ ਨਹੀਂ ਹੈ, ਕਿ ਜਾਂਚ ਜਾਰੀ ਹੈ, ਪਰ ਬਹੁਤ ਸਾਰੇ ਸਾਈਨਸ ਮਿਲ ਰਹੇ ਨੇ, ਬਹੁਤ ਸਾਰੇ ਤੁਸੀਂ ਕਹਿ ਸਕਦੇ ਹੋ ਕਲੂ ਮਿਲ ਰਹੇ ਨੇ ਜੋ ਇਹ ਇਸ਼ਾਰਾ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਇਹ ਪੂਰਾ ਮਾਮਲਾ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ, ਕਿ ਸ਼ਾਇਦ ਅੰਦਰ ਹੀ ਕੋਈ ਝੜਪ ਹੋਈ ਹੋਵੇ। ਇਸ ਦੀ ਵਜ੍ਹਾ ਜਿਸ ਤਰ੍ਹਾਂ ਅਮਨ ਜ਼ਿਕਰ ਕਰ ਰਹੇ ਸੀ ਕਿ ਇੱਕ ਦਿਨ ਪਹਿਲਾਂ ਹੀ ਜਿਹੜੀ ਇੰਸਾਸ ਰਾਈਫਲ ਹੈ ਉਹ ਚੋਰੀ ਹੋਈ, ਉਸਦੇ ਹੀ ਖੋਲ ਬਰਾਮਦ ਕੀਤੇ ਗਏ ਨੇ ਔਰ ਬਾਹਰੋਂ ਕੋਈ ਐਂਟਰ ਕਰ ਗਿਆ, ਇਸ ਤਰੀਕੇ ਦਾ ਕੋਈ ਵੀ ਕਲੂ ਨਹੀਂ ਹੈ। ਤੇ ਸਾਰੀਆਂ ਚੀਜ਼ਾਂ ਹੈਗੀਆਂ ਨੇ, ਹਾਲਾਂਕਿ ਇਹ ਜਾਂਚ ਤੋਂ ਬਾਅਦ ਹੀ ਕਲੀਅਰ ਹੋਵੇਗਾ ਕਿ ਆਖਿਰ ਉੱਥੇ ਐਗਜ਼ੈਕਟਲੀ ਹੋਇਆ ਕੀ।